ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਸਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਹਾਡਾ ਪਸੰਦੀਦਾ ਸ਼ੋਅ ਦਾ ਆਯੁਰਵੇਦਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਸ ਸ਼ੋਅ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਨਿਰੋਗ ਰੱਖਿਆ ਜਾਵੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਚੀਜ਼ਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਜਾਣ, ਉਹਨਾਂ ਰੋਗਾਂ ਬਾਰੇ, ਉਹਨਾਂ ਬਿਮਾਰੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਜਿਨ੍ਹਾਂ ਬਿਮਾਰੀਆਂ ਲਈ ਤੁਸੀਂ ਬਹੁਤ ਜ਼ਿਆਦਾ ਥਾਵਾਂ 'ਤੇ ਧੱਕੇ ਖਾ ਚੁੱਕੇ ਹੋ, ਉਹਨਾਂ ਰੋਗਾਂ ਦੇ ਲਈ ਤੁਸੀਂ ਥਾਂ ਥਾਂ 'ਤੇ ਦਵਾਈਆਂ ਲੈ ਕੇ ਪਰੇਸ਼ਾਨ ਹੋ ਚੁੱਕੇ ਹੋ, ਤੁਹਾਡੇ ਹੱਥ ਖੜੇ ਹੋ ਚੁੱਕੇ ਨੇ, ਤਾਂ ਅੰਤ ਦੇ ਵਿੱਚ ਹਾਰ ਕੇ ਤੁਸੀਂ ਕਹਿੰਦੇ ਹੋ ਕਿ ਚਲੋ ਆਯੁਰਵੇਦਾ ਵੀ ਟੇਸਟ ਕਰ ਲੈਂਦੇ ਹਾਂ, ਆਯੁਰਵੇਦਾ ਵੀ ਟੈਸਟ ਕਰ ਲੈਂਦੇ ਹਾਂ। ਪਰ ਅਜਿਹਾ ਨਹੀਂ ਹੈ। ਆਯੁਰਵੇਦਾ ਤੁਹਾਡੀ ਪਹਿਲੀ ਆਪਸ਼ਨ ਬਣ ਸਕਦੀ ਹੈ। ਆਯੁਰਵੇਦਾ ਦੇ ਵਿੱਚ ਉਹ ਬਿਮਾਰੀਆਂ ਦੇ ਇਲਾਜ ਨੇ ਜਿਹੜੇ ਤੁਹਾਡੀ ਪਹੁੰਚ ਤੋਂ ਤੇ ਸੋਚ ਤੋਂ ਵੀ ਬਾਹਰ ਨੇ। ਇਹ ਘੱਟੋ ਘੱਟ ਸਾਡੇ ਪਿਛਲੇ 15-20 ਐਪੀਸੋਡਸ ਨੇ ਇਹ ਜਗ ਜ਼ਾਹਰ ਕਰ ਦਿੱਤਾ, ਕਿਉਂਕਿ ਜਦੋਂ ਤੁਹਾਨੂੰ ਫੀਡਬੈਕ ਆਉਣੀਆਂ ਸ਼ੁਰੂ ਹੋ ਜਾਂਦੀਆਂ, ਲੋਕਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਤੁਹਾਨੂੰ ਪਤਾ ਲੱਗਦਾ ਕਿ ਵਾਕਈ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਭਰਮ ਭੁਲੇਖੇ ਸੀਗੇ ਉਹ ਦੂਰ ਹੋ ਗਏ ਨੇ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਲਗਾਤਾਰ ਜਦੋਂ ਵੀ ਇਹ ਪ੍ਰੋਗਰਾਮ ਚੱਲਦਾ ਜਾਂ ਇਸ ਪ੍ਰੋਗਰਾਮ ਦੇ ਜਿੰਨੇ ਵੀ ਪ੍ਰੋਮੋ ਚੱਲਦੇ ਨੇ ਉਹਦੇ ਥੱਲੇ ਕੰਟੈਕਟ ਨੰਬਰ ਦਿੱਤਾ ਹੁੰਦਾ ਹੈ। ਉਹ ਫੋਨ ਨੰਬਰ 3 ਫੋਨ ਨੰਬਰ ਨੇ, ਤੁਸੀਂ ਡਾਇਰੈਕਟਲੀ ਕਾਲ ਇਸ ਪੈਨਲ ਦੇ ਨਾਲ ਕਰ ਸਕਦੇ ਹੋ। ਅਕਸਰ ਮਨ ਦੇ ਵਿੱਚ ਇਹ ਭੁਲੇਖਾ ਆਉਂਦਾ ਕਿ ਸ਼ਾਇਦ ਉਹ ਕਾਲ ਕੋਈ ਅਟੈਂਡੈਂਟ ਚੁੱਕੂਗਾ, ਅਟੈਂਡੈਂਟ ਵੀ ਚੁੱਕੇਗਾ, ਪਰ ਉਹ ਕਾਲ ਇਹਨਾਂ ਨੂੰ ਜਾਂਦੀ ਹੈ ਜੋ ਤੁਹਾਡੀ ਪੂਰੀ ਬਿਮਾਰੀ ਸੁਣਦੇ ਨੇ। ਉਸ ਤੋਂ ਬਾਅਦ ਤੁਹਾਨੂੰ ਜਾਂ ਤਾਂ ਇਲਾਜ ਦੀ ਟ੍ਰੀਟਮੈਂਟ ਲਈ ਤੁਹਾਨੂੰ ਤਰੀਕਾ ਦੱਸ ਦਿੰਦੇ ਨੇ ਜਾਂ ਫਿਰ ਸੱਦਾ ਦਿੰਦੇ ਨੇ ਕਿ ਤੁਸੀਂ ਹਸਪੀਟਲ ਆਓ। ਇਸ ਕਰਕੇ ਕੋਈ ਵੀ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੋਵੇ, ਕਿਸੇ ਵੀ ਬਿਮਾਰੀ ਪ੍ਰਤੀ ਸਵਾਲ ਹੋਵੇ, ਤਾਂ ਲਗਾਤਾਰ 3 ਨੰਬਰ ਥੱਲੇ ਚੱਲ ਰਹੇ ਨੇ, ਉਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਇਹਨਾਂ ਦੇ ਸੋਸ਼ਲ ਹੈਂਡਲ ਦੇ ਵੀ ਅਸੀਂ ਤੁਹਾਨੂੰ ID ਦੇ ਰਹੇ ਹਾਂ, ਉੱਥੇ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦਾ ਮੁੱਦਾ ਬੜਾ ਖਾਸ ਆ। ਅੱਜ ਦਾ ਮੁੱਦਾ ਦੱਸਣ ਤੋਂ ਪਹਿਲਾਂ ਆਪਾਂ ਵੈਲਕਮ ਕਰ ਲੈਂਦੇ ਹਾਂ ਸਾਡੇ ਮਹਿਮਾਨਾਂ ਦਾ। ਮੰਨਾ ਪਰਮੰਨਿਆ ਪੈਨਲ ਹੈਗਾ ਜਿਹੜਾ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਜੁੜਿਆ ਹੈ। ਵੈਦ ਜਗਤਾਰ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪੰਨੂ ਸਾਹਿਬ ਤੁਹਾਡਾ। ਡਾਕਟਰ ਮਨਦੀਪ ਵਰਮਾ ਜੀ, ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਔਰ ਡਾਕਟਰ ਦੀਕਸ਼ਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਪੰਨੂ ਸਾਹਿਬ, ਸਾਡੀ ਟੀਮ ਤਾਂ ਕਹਿੰਦੀ ਹੈ ਕਿ ਮੈਸੇਜ ਸਿਰਫ ਤੁਹਾਡੇ ਹੀ ਆਈ ਜਾਂਦੇ ਆ। ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਕਹਿਤਾ ਕਿ ਆਹ ਨੰਬਰ ਹੈਗੇ ਆ, ਇਹਨਾਂ 'ਤੇ ਸੰਪਰਕ ਕਰ ਲਿਆ ਜਾਵੇ। ਸੋ ਅੱਜ ਦਾ ਮੁੱਦਾ ਹੈਗਾ ਦਿਮਾਗ ਦਾ ਮੁੱਦਾ। ਅਕਸਰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਨੇ, ਜਿਵੇਂ ਇੱਕ ਕੰਪਿਊਟਰ ਹੁੰਦਾ, ਇਹ ਇੱਕ ਮਨੁੱਖੀ ਕੰਪਿਊਟਰ ਹੈ। ਜਿਵੇਂ ਕੰਪਿਊਟਰ ਦੇ ਵਿੱਚ CPU ਅਸੀਂ ਕਹਿੰਦੇ ਹਾਂ ਕਿ ਸਭ ਕੁਝ ਹੈਗਾ, ਉੱਦਾਂ ਹੀ ਇੱਕ ਮਨੁੱਖ ਦੇ ਵਿੱਚ ਦਿਮਾਗ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਇਨਸਾਨ ਦਾ CPU ਹੈ, ਜਿੱਥੋਂ ਸਾਰੀ ਕਮਾਂਡ ਜਾਣੀ ਹੈ ਤੁਹਾਡੇ ਸਰੀਰ ਨੂੰ। ਤੁਸੀਂ ਜਦੋਂ ਕਦੇ ਇੱਕ ਚਾਹ ਦਾ ਕੱਪ ਜਾਂ ਪਾਣੀ ਦਾ ਗਲਾਸ ਵੀ ਚੁੱਕਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਹੱਥ ਦੀ ਕਰਾਮਾਤ ਹੈ। ਨਹੀਂ, ਇਹ ਤੁਹਾਡੇ ਦਿਮਾਗ ਦੀ ਕਰਾਮਾਤ ਹੈ। ਦਿਮਾਗ ਇਨਸਟਰਕਸ਼ਨ ਦਿੰਦਾ ਕਿ ਹਾਂ ਇਹ ਪਾਣੀ ਦਾ ਗਲਾਸ ਚੁੱਕਣਾ ਤਾਂ ਤੁਸੀਂ ਚੁੱਕ ਸਕਦੇ ਹੋ। ਯਕੀਨ ਮੰਨੋ, ਜੇ ਤੁਹਾਡੇ ਦਿਮਾਗ ਦੀ ਨਸ ਦੇ ਵਿੱਚ ਇੱਕ ਨਸ ਵੀ ਦੱਬ ਜੇ ਜਿਹੜੀ ਇਨਸਟਰਕਸ਼ਨ ਦਿੰਦੀ ਹੈ, ਤਾਂ ਤੁਸੀਂ ਜਿੰਨੇ ਮਰਜ਼ੀ ਬਲਸ਼ਾਲੀ ਹੋਵੋ, ਤਾਕਤ ਤੁਹਾਡੇ 'ਚ ਜਿੰਨੀ ਮਰਜ਼ੀ ਹੋਵੇ, 100 ਗ੍ਰਾਮ ਪਾਣੀ ਵੀ ਤੁਸੀਂ ਨਹੀਂ ਚੁੱਕ ਸਕਦੇ। ਇੰਨੀ ਦਿਮਾਗ ਦੀ ਮਹੱਤਤਾ ਹੈਗੀ ਹੈ। ਅੱਜ ਅਸੀਂ ਦਿਮਾਗ ਦੇ ਮੁੱਦੇ 'ਤੇ ਗੱਲ ਕਰਾਂਗੇ। ਸ਼ੁਰੂਆਤ ਵੈਦ ਸਾਹਿਬ ਤੋਂ ਹੀ ਕਰ ਲੈਂਦੇ। ਵੈਦ ਸਾਹਿਬ, ਆਯੁਰਵੇਦਾ ਦੇ ਵਿੱਚ, ਕਿਉਂਕਿ ਮੈਂ ਨਿਊਰੋ ਦੀ ਗੱਲ ਕਰਦਾ ਤਾਂ ਅਸੀਂ ਦੇਖਿਆ ਕਿ ਨਿਊਰੋ ਤੋਂ ਕਿੰਨੇ ਲੋਕੀ ਪਰੇਸ਼ਾਨ ਹੁੰਦੇ ਨੇ। ਉਹ ਉਸ ਤਰੀਕੇ ਨਾਲ ਆਮ ਇਨਸਾਨਾਂ ਵਰਗੀ ਜ਼ਿੰਦਗੀ ਹੀ ਨਹੀਂ ਜੀ ਸਕਦੇ। ਉਹਨਾਂ ਨੂੰ ਲੱਗਦਾ ਕਿ ਨੀਰਸ ਹੋ ਗਈ ਹੈ ਸਾਡੀ ਜ਼ਿੰਦਗੀ। ਤੁਹਾਡੇ ਕੋਲ ਕਿੱਦਾਂ ਦੇ ਪੇਸ਼ੈਂਟ ਆਉਂਦੇ ਨੇ ਦਿਮਾਗ ਦੇ ਨੂੰ ਲੈ ਕੇ, ਜਾਂ ਕਿੱਦਾਂ ਦਾ ਟਰੀਟਮੈਂਟ ਰਹਿੰਦਾ? ਕਿ ਇਲਾਜ ਜਿਹੜਾ ਤੁਸੀਂ ਕਰਦੇ ਹੋ ਉਹ ਸਟੀਕ ਤੇ ਸਫਲ ਹੁੰਦਾ? ਹਾਂਜੀ, ਸਾਡਾ ਜਿਹੜਾ ਦਿਮਾਗ ਦਾ ਇਲਾਜ ਆ ਬਹੁਤ ਹੀ ਸਫਲ ਆ ਜੀ। ਤੇ ਦੇਖਿਆ ਜਾਵੇ ਜਿਹੜਾ ਦਿਮਾਗ ਆ ਇਹ ਆਪਣੇ ਸਾਰੇ ਸਰੀਰ ਦਾ ਮਾਸਟਰ ਹੈ ਜੀ। ਇਹ ਜੋ ਵੀ ਕੋਈ ਵੀ ਕੰਮ ਕਰਨਾ ਹੈ, ਮਤਲਬ ਖਾਣਾ ਵੀ ਖਾਣਾ ਹੈ, ਉਹ ਵੀ ਜਿਹੜਾ ਮੈਸੇਜ ਆ ਉਹ ਦਿਮਾਗ ਨੇ ਭੇਜਣਾ ਜੀ। ਜੇ ਹੱਥ ਵੀ ਚੱਕਣਾ ਇਹ ਦਿਮਾਗ ਕਮਾਂਡ ਉੱਧਰੋਂ ਹੈ ਜੀ। ਇਹ ਦਿਮਾਗ ਦੇ ਤਾਂ ਇੰਨੇ ਜ਼ਿਆਦਾ ਸਾਰੇ ਸਰੀਰ ਦੇ ਵਿੱਚ ਸਭ ਨੂੰ ਵੱਧ ਦਿਮਾਗ ਦੇ ਫੰਕਸ਼ਨ ਨੇ ਜੀ। ਤੇ ਨਾਲੇ ਸਾਰਾ ਕੁਝ ਚੇਂਜ ਹੋ ਸਕਦਾ, ਦਿਮਾਗ ਨਹੀਂ ਚੇਂਜ ਹੋ ਸਕਦਾ ਜੀ। ਵੈਦ ਸਾਹਿਬ, ਸੂਖਮ ਚੀਜ਼ਾਂ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ, ਛੋਟੀ ਚੀਜ਼ਾਂ ਜੁੜੀਆਂ ਹੁੰਦੀਆਂ ਦਿਮਾਗ ਨੂੰ ਲੈ ਕੇ। ਬਹੁਤ ਲੋਕੀ ਸੁਚੇਤ ਵੀ ਨਹੀਂ ਹੁੰਦੇ, ਪਰ ਇੱਕ ਡਰ ਜ਼ਰੂਰ ਰਹਿੰਦਾ ਦਿਮਾਗ ਨੂੰ ਲੈ ਕੇ ਕਿ ਜੇ ਇੱਕ ਵੀ ਦਵਾਈ ਗਲਤ ਖਾ ਲਈ ਜਾਂ ਕੁਝ ਰਿਐਕਟ ਕਰ ਗਿਆ ਤਾਂ ਉਹ ਕੰਮ ਬਹੁਤ ਜ਼ਿਆਦਾ ਵਿਗੜ ਸਕਦਾ ਜਾਂ ਖਰਾਬ ਹੋ ਸਕਦਾ। ਸੋ ਬਹੁਤ ਲੋਕੀ ਡਰ ਕੇ ਦਿਮਾਗ ਸੰਬੰਧੀ ਟਰੀਟਮੈਂਟ ਕਰਾਉਂਦੇ ਨੇ, ਦਵਾਈਆਂ ਲੈਂਦੇ ਨੇ। ਤੁਹਾਡੀ ਜਿਹੜੀ ਆਯੁਰਵੇਦਾ ਦੀ ਦਵਾਈ ਹੈਗੀ ਹੈ, ਕੀ ਇਹ ਸੁਰੱਖਿਅਤ ਹੈਗੀ ਹੈ ਦਿਮਾਗ ਦੇ ਲਈ? ਡਰ ਵੀ ਇੱਕ ਬਿਮਾਰੀ ਹੈ ਜੀ, ਜਿਵੇਂ ਵਹਿਮ ਵੀ ਇੱਕ ਬਿਮਾਰੀ ਹੈ ਜੀ। ਅਸੀਂ ਵਹਿਮ ਦਾ ਵੀ ਇਲਾਜ ਕਰਦੇ ਹਾਂ। ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਡਾਇਗਨੋਜ਼ ਕਰਨਾ ਪਊਗਾ ਵੀ ਇਹਨੂੰ ਪ੍ਰੋਬਲਮ ਕੀ ਹੈ ਜੀ। ਕਿਸ ਦਿਮਾਗ ਦੀ ਕਿਹੜੀ ਬਿਮਾਰੀ ਆ। ਜਿਵੇਂ ਹੁਣ ਦਿਮਾਗ 'ਚੋਂ ਆਪਣੇ 12 ਨਾੜੀਆਂ ਨਿਕਲਦੀਆਂ ਨੇ ਜੀ, ਠੀਕ ਹੈ ਜੀ, ਵੀ ਜਿਹੜੀ ਉਹ ਨਸਾਂ ਨਿਕਲੀ ਵੀ ਉਹਨਾਂ ਨਸਾਂ ਦੀ ਕਿਸ ਚੀਜ਼ ਦੀ ਪ੍ਰੋਬਲਮ ਆ ਜੀ। ਇਹ ਡਿਪਰੈਸ਼ਨ ਆ, ਮਾਈਗਰੇਨ ਆ, ਕੋਈ ਹੋਰ ਬਹੁਤ ਜ਼ਿਆਦਾ ਬਿਮਾਰੀਆਂ ਡਾਕਟਰ ਸਾਹਿਬ ਤੁਹਾਨੂੰ ਦੱਸਾਂਗੇ ਡਿਟੇਲ ਦੇ ਵਿੱਚ ਜੀ। ਸਭ ਤੋਂ ਪਹਿਲਾਂ ਤਾਂ ਡਾਇਗਨੋਜ਼ ਕਰਨਾ ਬਹੁਤ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਹੀ ਟਰੀਟਮੈਂਟ ਸ਼ੁਰੂ? ਉਸ ਤੋਂ ਬਾਅਦ ਟਰੀਟਮੈਂਟ ਹੈ ਜੀ। ਜਿਹੜਾ ਸਾਡਾ ਟਰੀਟਮੈਂਟ ਹੈ ਜੀ ਬਹੁਤ ਹੀ ਜ਼ਿਆਦਾ ਸਫਲ ਹੈ ਜੀ। ਇਹ ਜੋ ਗੱਲ ਇਹ ਹੈ ਵੀ ਤੁਸੀਂ ਦਿਮਾਗ ਨਾਲ ਜੁੜੀ ਹੋਈ ਹਰ ਬਿਮਾਰੀ ਵੀ ਵੱਖਰੀ ਹੈ।
ਟ੍ਰੀਟਮੈਂਟ ਵੀ ਉਹਦਾ ਵੱਖਰਾ ਵੱਖਰਾ, ਨਹੀਂ ਤਾਂ ਮੈਂ ਉਹ ਸਵਾਲ ਦੁਹਰਾਉਣਾ, ਲੋਕਾਂ ਨੂੰ ਲੱਗਦਾ ਕਿ ਦਿਮਾਗ ਦੀ ਕੋਈ ਬਿਮਾਰੀ ਹੈ, ਇੱਕੋ ਇਹਨਾਂ ਕੋਲ ਦਵਾਈ ਹੈ, ਉਹੀ ਉਹ ਦਵਾਈ ਦੇਈ ਜਾਣੀ। ਨਹੀਂ, ਇੱਕ ਨਹੀਂ ਹੈਗੇ ਜੀ, ਅਲੱਗ-ਅਲੱਗ ਨੇ ਜੀ, ਪਰ ਫਿਰ ਵੀ ਕੁਝ ਇੱਕ ਕਾਮਨ ਨੇ ਜੀ, ਕੁਝ ਅਲੱਗ ਵੀ ਹੈਗੀਆਂ ਨੇ ਜੀ। ਇਹ ਨਹੀਂ ਹੈ ਕਿ ਵੀ ਇੱਕੋ ਦਵਾਈ ਸਾਰਿਆਂ ਨੂੰ ਦੇਈ ਜਾਣੀ। ਹਾਂਜੀ ਹਾਂਜੀ, ਕਿਉਂਕਿ ਉਹ ਗੱਲ ਤਾਂ ਉਹੀ ਆ ਵੀ ਬਿਮਾਰੀ ਕੀ ਆ। ਪਹਿਲਾਂ ਤਾਂ ਲੱਛਣ ਪਤਾ ਕਰਨਗੇ, ਡਾਇਗਨੋਸ ਦੇਖਣਾ ਪਊਗਾ, ਕੁਝ ਉਹਦੇ ਸਿੰਪਟਮ ਸੁਣਨੇ ਪੈਣਗੇ ਜੀ। ਫਿਰ ਅਸੀਂ ਆਪਸ ਵਿੱਚ ਸਾਰੇ ਟੀਮ ਸਾਡੇ ਸਲਾਹ ਮਸ਼ਵਰਾ ਕਰਦੀ ਹੈ। ਤੁਹਾਨੂੰ ਲੱਗਦਾ ਤਾਂ ਤੁਸੀਂ ਟੈਸਟ ਲਈ ਭੇਜ ਦਿੰਦੇ? ਹਾਂ, ਜੇ ਸਾਨੂੰ ਲੱਗੂਗਾ ਵੀ ਉਹਨੂੰ ਕਹਿ ਵੀ ਦੇਈਦਾ ਵੀ ਡਾਕਟਰ ਸਾਹਿਬ ਸਾਰੇ ਸਲਾਹ ਮਸ਼ਵਰਾ ਕਰਕੇ ਵੀ ਹੁਣ ਇਹਨੂੰ ਟੈਸਟ ਦੀ ਲੋੜ ਆ, ਵੀ ਭਾਈ ਚਾਹੇ 10 ਦਿਨ ਤੱਕ ਆ ਜੀ ਤੂੰ ਆਹ। ਕਿਉਂਕਿ ਇਹ ਚੀਜ਼ ਡਿਪੈਂਡ ਕਰਦੀ ਹੈ ਆਪਣੇ ਦਿਮਾਗ ਦੇ ਵਿੱਚ ਜਿਹੜੇ ਪਾਰਟਸ ਹੈ, ਕਿਹੜੇ ਪਾਰਟ ਦੀ ਕੀ ਦਿੱਕਤ ਹੈ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਆਣਾ, ਇੱਕ ਮੈਂ ਤੁਹਾਨੂੰ ਫੀਡਬੈਕ ਵੀ ਦੇ ਦਿੰਦੇ, ਲੋਕਾਂ ਦੀ ਬੜੀ ਵਧੀਆ ਫੀਡਬੈਕ ਤੁਹਾਡੇ ਨਾਲ ਕਿ ਡਾਕਟਰ ਸਾਹਿਬ ਸਮਝਾਉਂਦੇ ਬੜੇ ਵਧੀਆ ਤਰੀਕੇ ਨਾਲ ਨੇ, ਬੇਸਿਕ ਤੋਂ ਸਮਝਾਉਂਦੇ ਨੇ ਕਿ ਹਰੇਕ ਅੰਗ ਦਾ ਫੰਕਸ਼ਨ ਕੀ ਹੈ। ਬਿਮਾਰੀ ਤਾਂ ਬਾਅਦ 'ਚ ਤੁਸੀਂ ਸਮਝੋਗੇ ਨਾ, ਪਹਿਲੇ ਫੰਕਸ਼ਨ ਸਮਝ ਲਓ ਕੀ ਹੈ। ਚਲੋ ਅੱਜ ਇੱਥੋਂ ਹੀ ਸ਼ੁਰੂਆਤ ਕਰ ਲੈਣਾ, ਦਿਮਾਗ ਦੇ ਕਿਹੜੇ ਕਿਹੜੇ ਅੰਗ ਨੇ ਜਾਂ ਦਿਮਾਗ ਦਾ ਕਿਹੜੇ ਕਿਹੜੇ ਫੀਚਰਸ ਨੇ ਜਿਹੜੇ ਅੱਗੇ ਜਾ ਕੇ ਵੱਧਦੇ ਨੇ? ਬੇਸਿਕਲੀ ਹੈ ਕਿ ਜੇ ਆਪਾਂ ਦਿਮਾਗ ਨੂੰ ਦੇਖੀਏ, ਦਿਮਾਗ ਨੂੰ ਆਪਾਂ ਇੱਕ ਕੰਪਲੈਕਸ ਆਰਗਨ ਕਹਿ ਸਕਦੇ ਹਾਂ। ਜਿਵੇਂ ਆਪਣੇ ਸ਼ਾਪਿੰਗ ਕੰਪਲੈਕਸ ਹੁੰਦੇ ਆ, ਵੀ ਇੱਕ ਬੜਾ ਸ਼ਾਪਿੰਗ ਕੰਪਲੈਕਸ, ਹੁਣ ਆਪਣੇ ਮਾਲਸ ਹੀ ਲਗਾ ਲਓ, ਮਾਲਸ ਆ, ਉਹ 'ਚ ਕੋਈ ਕੱਪੜੇ ਦੀ ਦੁਕਾਨ ਆ, ਕੋਈ ਫੂਡ ਰੈਸਟੋਰੈਂਟਸ ਨੇ, ਕੋਈ ਸ਼ੂਜ਼ ਆਊਟਲੈਟ ਆ। ਤਾਂ ਇਸ ਤਰ੍ਹਾਂ ਦਿਮਾਗ ਕੰਪਲੈਕਸ ਆ, ਇਹ 'ਚ ਅਲੱਗ-ਅਲੱਗ ਪਾਰਟਸ ਪਏ ਆ। ਬ੍ਰੇਨ ਦਾ ਬੇਸਿਕਲੀ 3 ਪਾਰਟਸ ਕਹਿ ਦਿੰਦੇ ਹਾਂ ਅਸੀਂ, ਵੀ 3 ਪਾਰਟਸ ਹੁੰਦੇ ਆ, ਸੈਰੀਬਰਮ ਹੋ ਗਿਆ, ਮਿਡ ਬ੍ਰੇਨ ਹੋ ਗਿਆ, ਸੈਰੀਬੈਲਮ ਹੋ ਗਿਆ। ਇਹਨਾਂ ਦੇ ਅੱਗੇ ਮਿਡ ਬ੍ਰੇਨ ਦੇ ਵੀ ਅੱਗੇ ਪਾਰਟਸ ਆ ਜਾਂਦੇ ਆ। ਇਸ ਤਰ੍ਹਾਂ ਇਹਨਾਂ ਨੇ ਆਪਣੇ ਅਲੱਗ-ਅਲੱਗ ਪਾਰਟਸ ਡਿਵਾਈਡ ਕੀਤੇ ਆ। ਇਸ ਤੋਂ ਫਿਰ ਅੱਗੇ 12 ਪਹਿਲਾਂ ਆਪਾਂ ਗੱਲ ਕੀਤੀ ਆ, 12 ਨਸਾਂ ਨਿਕਲਦੀਆਂ ਨੇ। ਮੇਨ ਰੀੜ੍ਹ ਦੀ ਹੱਡੀ ਦੀ ਜਿਹੜੀ ਨਸ ਆ, ਸੁਸ਼ਮਨਾ ਨਾੜੀ ਕਹਿੰਦੇ ਨੇ, ਉਹ ਵੀ ਇਸ ਤੋਂ ਹੀ ਨਿਕਲਦੀ ਆ। ਤਾਂ ਤੁਸੀਂ ਇਹ ਸੋਚ ਲਓ ਵੀ ਇਹ ਸਾਰੀਆਂ ਚੀਜ਼ਾਂ ਮਿਲ ਕੇ ਫਿਰ ਇਹ ਅੱਗੇ ਆਪਣੇ ਫੰਕਸ਼ਨ ਕਰਦੇ ਆ। ਡਾਕਟਰ ਸਾਹਿਬ ਜਿਹੜੀਆਂ ਅਕਸਰ ਆਮ ਤੌਰ ਤੇ ਆਪਾਂ ਕਹਿੰਦੇ ਨੇ ਕਿ ਨਸ ਪਿੰਚ ਹੋ ਗਈ, ਨਸ ਦੱਬ ਗਈ, ਉਹ ਫੰਕਸ਼ਨ ਕਰਨਾ ਸਰੀਰ ਨੇ ਛੱਡ ਦਿੱਤਾ ਜਾਂ ਸਹੀ ਕਮਾਂਡ ਨਹੀਂ ਜਾ ਰਹੀ, ਜਿਹੜੀ ਪਿੰਚ ਹੋਈ ਨਸ ਹੈ ਉਹ ਮੈਡੀਸਨ ਦੇ ਨਾਲ ਠੀਕ ਹੋ ਸਕਦੀ? ਹਾਂਜੀ, ਬੇਸਿਕਲੀ ਕੀ ਆ, ਉਹ ਚੀਜ਼ ਕਮਜ਼ੋਰ ਹੋ ਗਈ ਨਾ, ਆਪਾਂ ਉਹਨੂੰ ਨਰਵ ਬੂਸਟਰ ਦੇਵਾਂਗੇ। ਜਿਹੜਾ ਸਾਡੇ ਕੋਲ ਸਾਡੀਆਂ ਆਪਣੀਆਂ ਦਵਾਈਆਂ, ਬੇਸਿਕਲੀ ਮੈਂ ਇੱਕ ਅੱਜ ਲੋਕਾਂ ਦਾ, ਹੋਰ ਵੀ ਕਈ ਲੋਕ ਕਹਿ ਦਿੰਦੇ ਆ ਵੀ ਤੁਸੀਂ ਆਯੁਰਵੇਦ ਬਾਰੇ ਦੱਸ ਦਿਓ। ਆਯੁਰਵੇਦ ਅਸੀਂ ਚਲੋ ਦਵਾਈ ਆ ਸਾਡੇ ਕੋਲ, ਆਯੁਰਵੈਦਿਕ ਮੈਡੀਸਿਨ ਕਹਿੰਦੇ ਆ, ਜਿਹੜੀ ਅਸੀਂ ਦੇਸੀ ਦਵਾਈ ਤਿਆਰ ਕਰ ਲਈ। ਪਰ ਜਿਹੜਾ ਅਸੀਂ ਕਹਿ ਦਿੰਦੇ ਕਿ ਆਯੁਰਵੇਦ 'ਚ ਟ੍ਰੀਟਮੈਂਟ ਹੈ, ਉਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਵੀ ਆਯੁਰਵੇਦ ਵਾਲਾ ਸਾਡੇ ਵਾਲਾ ਟ੍ਰੀਟਮੈਂਟ ਦੇ ਦੇਗਾ, ਨਹੀਂ। ਸਾਡੀ ਆਪਣੀ ਉਹ ਆ, ਜਿਹੜੀ ਫਾਰਮੂਲੇਸ਼ਨਸ ਹੈਗੀਆਂ ਸਾਡੀਆਂ ਆਪਣੀਆਂ ਆ। ਸਾਡੀ ਮਾਰਕੀਟ 'ਚ ਸਾਡੀ ਮੈਡੀਸਿਨ ਕਿਸੇ ਕੋਲ ਨਹੀਂ ਮਿਲੇਗੀ। ਜਿਵੇਂ ਬੇਸਿਕਲੀ ਹਰ ਐਪੀਸੋਡ 'ਚ ਗੱਲ ਚੱਲਦੀ ਹੈ ਤਾਂ ਮੈਂ ਉੱਥੇ ਕਹਿੰਦਾ ਨਾ ਵੀ ਹਾਂ ਇਹ ਵਿੱਚ ਸੰਭਵ ਆ, ਤਾਂ ਉਹਦਾ ਮਤਲਬ ਇਹ ਆ ਵੀ ਸਾਡੇ ਕੋਲ ਉਸ ਚੀਜ਼ ਦਾ ਇਲਾਜ ਸੰਭਵ ਆ। ਮੈਂ ਦੂਜੇ ਦੀ ਗਾਰੰਟੀ ਨਹੀਂ ਦੇ ਸਕਦਾ ਵੀ ਉਹਦੇ ਕੋਲ ਇਹ ਸੰਭਵ ਆ ਕਿ ਨਹੀਂ। ਇਹ ਨਹੀਂ ਵੀ ਸਾਰੀ ਆਯੁਰਵੈਦ ਇੱਕੋ ਹੁੰਦੀ ਹੈ ਜੀ। ਔਰ ਸਾਨੂੰ ਅੱਗੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਦੇਸੀ ਦਵਾਈ ਬਹੁਤ ਖਾਧੀ ਹੈ ਜੀ, ਅਸੀਂ ਆਯੁਰਵੇਦ ਬਹੁਤ ਖਾਧੀਆਂ ਨੇ। ਸਾਡੇ ਕੋਲ ਬਹੁਤ ਅੱਗੇ ਇਹ ਚੀਜ਼ ਕਹਿੰਦੇ ਨੇ। ਲੋਕਾਂ ਦੇ ਮਨ ਦੇ ਵਿੱਚ ਇਹੀ ਹੁੰਦਾ ਕਿ ਮੈਂ ਆਯੁਰਵੇਦ ਉੱਥੇ ਵੀ ਖਾ ਲਈ, ਆਯੁਰਵੇਦ ਤਾਂ ਬਰਾਬਰ ਹੀ ਹੈ, ਮੈਂ ਇੱਥੇ ਵੀ ਖਾ ਲਾਂ। ਐਲੋਪੈਥਿਕ ਆ ਵੀ ਐਲੋਪੈਥਿਕ ਕੈਮੀਕਲ ਫਾਰਮੂਲੇਸ਼ਨਸ ਨੇ ਜਿਹੜੀਆਂ ਕੋਈ ਨਹੀਂ ਤਿਆਰ ਕਰ ਸਕਦਾ, ਉਹ ਫਾਰਮਾਸਿਸਟ ਤਿਆਰ ਕਰੇਗਾ। ਹਾਂ, ਉਹ ਸਾਲਟ ਸੇਮ ਰਹੇਗਾ। ਪਰ ਆਯੁਰਵੇਦ ਕੀ ਆ, ਤੁਹਾਨੂੰ ਜੇ ਜੜੀਆਂ ਬੂਟੀਆਂ ਦੀ ਭਸਮਾਂ ਦੀ ਨੌਲੇਜ ਹੈਗੀ ਆ ਤਾਂ ਤੁਸੀਂ ਅਲੱਗ-ਅਲੱਗ ਐਕਸਪੈਰੀਮੈਂਟ ਕਰ ਸਕਦੇ ਹੋ ਆਪਣੇ ਬੇਸ ਤੇ। ਹਾਂ, ਇਹ ਅਭੀ ਬੇਸਿਕਲ ਸੇਮ ਆ, ਪਰ ਤੁਸੀਂ ਉਹ 'ਚ ਕਿਹੜੀਆਂ ਫਾਰਮੂਲੇਸ਼ਨਸ ਪਾਈਆਂ ਇਹ ਤੁਹਾਡੀਆਂ ਆਪਣੀਆਂ ਪਰਸਨਲ। ਇਹੀ ਤੁਹਾਡੀ ਖਾਸੀਅਤ ਹੈ। ਠੀਕ ਹੈ। ਡਾਕਟਰ ਦੀਕਸ਼ਾ, ਇਹਦਾ ਵੀ ਉਮਰ ਦੇ ਨਾਲ ਕੋਈ ਸੰਬੰਧ ਹੈਗਾ ਜਾਂ ਤੁਹਾਡੀ ਜਿਹੜੀ ਹੈ, ਕਿਉਂਕਿ ਤੁਹਾਡੇ ਕੋਲ ਤਾਂ ਬਹੁਤ ਸਾਰੇ ਮਰੀਜ਼ ਆਉਂਦੇ ਆ, ਤੁਹਾਡੀ ਕੋਈ ਆਪਣੀ ਥਿਊਰੀ ਹੈਗੀ ਹੈ ਕਿ ਇਹ ਕਿਸ ਏਜ ਦੇ ਲੋਕ ਜ਼ਿਆਦਾ ਆਉਂਦੇ ਨੇ ਜਾਂ ਇਹ ਨਾਰਮਲ ਹੈ, ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਦਿਮਾਗੀ ਪ੍ਰੋਬਲਮ ਆ ਸਕਦੀ ਹੈ? ਨਹੀਂ, ਇਹ ਚੀਜ਼ ਕਿਸੇ ਨੂੰ ਵੀ ਹੋ ਸਕਦੀ ਹੈ, ਡਿਪੈਂਡ ਕਰਦੀ ਹੈ ਸਵੇਰਿਟੀ ਕਿੰਨੀ ਹੈ, ਜਾਂ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਆਪਾਂ ਪਹਿਲਾਂ ਤੋਂ ਧਿਆਨ ਦਿੱਤਾ ਹੈ ਕਿ ਨਹੀਂ ਉਸ ਚੀਜ਼ ਤੋਂ, ਕਿ ਉਹ ਵੱਧਦੀ ਗਈ ਹੈ, ਉਹ ਪਹਿਲਾਂ ਤੋਂ ਵਧੀ ਹੈ ਜਾਂ ਹੁਣ ਹੋਈ ਹੈ। ਇਹ ਚੀਜ਼ ਡਿਪੈਂਡ ਕਰਦੀ ਹੈ। ਕੁਝ ਆਪਾਂ ਸਿੰਪਟਮਸ ਦੇਖ ਕੇ ਇਹ ਚੀਜ਼ ਦੇਖਦੇ ਹਾਂ ਕਿ ਹਾਂ ਇਹ ਚੀਜ਼ ਹੋ ਸਕਦਾ ਪਹਿਲਾਂ ਤੋਂ ਹੋਵੇ, ਤੁਸੀਂ ਟੈਸਟ ਕਰਾਇਆ ਜਾਂ ਤੁਸੀਂ ਧਿਆਨ ਨਹੀਂ ਦਿੱਤਾ, ਤਾਂ ਪੇਸ਼ੈਂਟਸ ਨੂੰ ਅਸੀਂ ਉਸ ਚੀਜ਼ ਵੱਲ ਕਹਿੰਦੇ ਹਾਂ ਕਿ ਜੇ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਅਗਰ ਤੁਹਾਨੂੰ ਟੈਸਟ ਦੀ ਲੋੜ ਹੈ ਤਾਂ ਤੁਹਾਨੂੰ ਪਹਿਲਾਂ ਟੈਸਟ ਕਰਾਓ। ਇਹ ਨਹੀਂ ਹੈ ਕਿ ਪੇਸ਼ੈਂਟ ਆਇਆ ਸੀ ਮੈਡੀਸਿਨ ਦੇਣੀ ਹੈ। ਜੇ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਸਾਨੂੰ ਟੈਸਟ ਦੀ ਲੋੜ ਹੈ, ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਟੈਸਟ ਹੀ ਲਿਖਾਂ। ਏਜ ਰਿਲੇਟਡ ਇਹ ਹੋ ਸਕਦਾ, ਬਸ ਬ੍ਰੇਨ ਦੀ ਜੇ ਕੋਈ ਦਿੱਕਤ ਆ ਤਾਂ ਏਜ ਦੇ ਹਿਸਾਬ ਨਾਲ ਉਹ 'ਚ ਦਿਮਾਗ ਸੁੰਗੜਨ ਲੱਗ ਜਾਂਦਾ। ਅਟਰੋਫੀ ਕਹਿੰਦੇ ਨੇ ਆਪਾਂ, MRI ਵਗੈਰਾ ਕਰਾਉਂਦੇ ਆ ਵੀ ਅਟਰੋਫੀਕਲ ਚੇਂਜਸ ਆ ਗਏ ਏਜ ਰਿਲੇਟਡ। ਹਾਂ, ਉਹ ਇਹ ਆ ਵੀ ਕੰਸਿਸਟੈਂਟ, ਜਿਵੇਂ ਆਪਣੇ ਚਿਹਰਿਆਂ ਤੇ ਝੁਰੜੀਆਂ ਪੈ ਗਈਆਂ ਇੱਕ ਉਮਰ ਤੋਂ ਬਾਅਦ, ਸਰੀਰ ਢਿੱਲਾ ਪੈ ਗਿਆ, ਉਸੇ ਤਰ੍ਹਾਂ ਦਿਮਾਗ ਵੀ ਇੱਕ ਉਮਰ ਤੋਂ ਬਾਅਦ ਸੁੰਗੜਨਾ ਸ਼ੁਰੂ ਹੋ ਜਾਂਦਾ। ਇਹ ਹੁਣ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਤੁਸੀਂ ਦੇਖੋ, ਦਿਮਾਗ ਦੀ ਪ੍ਰੋਬਲਮ ਤਾਂ ਛੋਟੀ ਉਮਰ ਦੇ ਬਜ਼ੁਰਗ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ ਜੀ। ਆਪਾਂ ਦੇਖਦੇ ਹਾਂ, ਆਪਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਬੱਚਿਆਂ ਨੂੰ ਆਉਂਦੀਆਂ ਨੇ ਜੀ। ਇਹ ਵੈਦ ਸਾਹਿਬ, ਇਹ ਅਕਸਰ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਕਿਵੇਂ ਦੇ ਮਾਡਰਨ ਵੈਦ ਨੇ। ਵੈਦ ਤਾਂ ਨਸ ਫੜ ਕੇ ਦੱਸ ਦਿੰਦੇ ਨੇ ਕਿ ਤੁਹਾਨੂੰ ਕੀ ਬਿਮਾਰੀ ਹੈ, ਤੁਸੀਂ ਟੈਸਟ ਵੀ ਲਿਖਦੇ ਹੋ ਕਿ ਤੁਸੀਂ ਟੈਸਟ ਕਰਾ ਕੇ ਆਓ? ਨਹੀਂ, ਉਹਦੇ ਨਾਲ ਬਹੁਤ ਗੱਲਾਂ ਨੇ। ਜਿਵੇਂ ਹੁਣ ਅੱਜ ਕੱਲ੍ਹ ਆਪਾਂ ਕਹੀਏ ਵੀ ਬਿਨਾਂ ਕੰਪਿਊਟਰ ਤੋਂ ਆਪਾਂ ਪੜ੍ਹਾਈ ਕਰ ਲਾਂਗੇ, ਨਹੀਂ ਹੋਣੀ ਜੀ। ਜੇ ਬਲਦ ਨਾਲ ਖੇਤੀ ਕਰੀਏ, ਨਹੀਂ ਹੋਣੀ ਹੈਗੀ ਜੀ ਉਹ। ਮਤਲਬ ਤੁਸੀਂ ਵੀ ਜ਼ਮਾਨੇ ਨਾਲ ਬਦਲੇ ਹੋ। ਹਾਂ, ਜਦੋਂ ਦੇਖੋ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਐਡੀਆਂ ਬੜੀਆਂ ਮਸ਼ੀਨਾਂ ਬਣਾਤੀਆਂ, ਨਾਲੇ ਇੱਕ ਹੋਰ ਆ ਜੀ,
ਕੋਈ ਵੀ ਵੈਦ ਨਬਜ ਫੜ ਕੇ ਬਹੁਤ ਵੱਡੀਆਂ ਬਿਮਾਰੀ ਨਹੀਂ ਦੱਸ ਸਕਦਾ। ਹੋ ਸਕਦਾ ਪਹਿਲਾਂ ਦੱਸਦੇ ਹੋਣ, ਹੁਣ ਬਹੁਤ ਘੱਟ ਹੋਣਗੇ ਉਹ ਉਂਗਲੀਆਂ ਦੇ ਹੋ ਕਿਸੇ ਚੀਜ਼ ਦਾ ਬਿਜ਼ਨਸ ਨਹੀਂ ਹੁੰਦਾ, ਹੋਣਗੇ ਘੱਟ। ਪਰ ਜਿਹੜੀਆਂ ਬਹੁਤੀਆਂ ਵੱਡੀਆਂ ਬਿਮਾਰੀਆਂ ਨੇ ਜਾਂ ਤਾਂ ਡਾਕਟਰ ਡਾਇਗਨੋਜ਼ ਕਰਦੇ ਨੇ ਜੀ, ਜਾਂ ਫਿਰ ਉਹਨਾਂ ਨੂੰ ਆਪਣੇ ਰਿਪੋਰਟਾਂ ਨਾਲ ਹੀ ਪਤਾ ਲੱਗਦਾ ਜੀ। ਹੁਣ ਬਹੁਤ ਬਿਮਾਰੀਆਂ ਇਹੋ ਜਿਹੀਆਂ ਨੇ ਆਹ ਤੁਹਾਨੂੰ exactly ਪਤਾ ਲੱਗ ਜਾਂਦਾ ਹੈ ਨਾ। ਬਹੁਤ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਰਿਪੋਰਟਾਂ ਚਾਹੁੰਦੀ ਨਹੀਂ ਜੀ, ਉਹ ਡਾਕਟਰਾਂ ਨੂੰ ਡਾਇਗਨੋਜ਼ ਕਰਨੀਆਂ ਪੈਂਦੀਆਂ ਨੇ ਜੀ। ਉਹ ਮਾਈਗ੍ਰੇਨ ਕਿਸੇ ਰਿਪੋਰਟ 'ਚ ਨਹੀਂ ਆਉਂਦੀ, ਹੁਣ ਪਾਰਕਿੰਸਨ ਹੋ ਗਿਆ ਜੀ, ਉਹ ਕਿਸੇ ਰਿਪੋਰਟ 'ਚ ਨਹੀਂ ਆਉਂਦੀ। ਉਹ ਡਾਕਟਰ ਨੇ ਹੀ ਤੈਅ ਕਰਨਾ ਹੈ ਕਿ ਉਹਨੂੰ ਬਿਮਾਰੀ ਹੁਣ ਜਾਂ ਜਿਵੇਂ ਜਾਂ ਦੌਰੇ ਪੈਂਦੇ ਨੇ, ਜਿਵੇਂ ਹੁਣ ਆਮ ਕਰਕੇ ਪਤਾ ਨਹੀਂ ਲੱਗਦਾ। ਬਹੁਤ ਘੱਟ ਆ ਵੀ ਸੀਜ਼ਰ ਡਿਸਆਰਡਰ ਈਜੀ ਚ ਆ ਜਾਏਗਾ। ਇੱਕ ਗੱਲ ਹੋਰ ਡਾਕਟਰ ਸਾਹਿਬ, ਆਮ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਦਿਮਾਗ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਤਾਂ ਉਹ ਬੰਦੇ ਨੂੰ ਲੱਗਦਾ ਸਿਰਫ ਦਿਮਾਗ ਨਾਲ ਹੀ ਹੈਗੀ ਹੈ, ਪਰ ਜਿਵੇਂ ਤੁਸੀਂ ਦੱਸਿਆ ਕਿ ਦਿਮਾਗ ਨੇ ਸਾਰੇ ਸਰੀਰ ਨੂੰ ਫੰਕਸ਼ਨ ਕਰਨਾ। ਦਿਮਾਗ ਤੇ ਰੀੜ੍ਹ ਦੀ ਹੱਡੀ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਲਿੰਕ ਹੈ? ਬੇਸਿਕਲੀ ਜੇ ਆਪਾਂ ਦੇਖੀਏ, ਦਿਮਾਗ ਦੀ ਪੂੰਛ ਕਹਿ ਸਕਦੇ ਹਾਂ ਆਪਾਂ ਰੀੜ੍ਹ ਦੀ ਹੱਡੀ ਨੂੰ। ਅੱਛਾ, ਜਿੱਥੇ ਬ੍ਰੇਨ ਆਪਣਾ ਆ ਕੇ ਲਾਸਟ ਚ ਗਰਦਨ ਦੇ ਪਿੱਛੇ ਖਤਮ ਹੋਇਆ, ਤਾਂ ਉੱਥੇ ਇੱਕ ਸੈਂਟਰ ਹੈਗਾ ਖੋਪੜੀ ਦੇ ਵਿੱਚ, ਉੱਥੋਂ ਹੀ ਰੀੜ੍ਹ ਦੀ ਹੱਡੀ ਦੇ ਰੂਪ ਚ ਅੱਗੇ ਥੱਲੇ ਲੰਬਾਈ ਚੱਲ ਜਾਂਦੀ ਹੈ। ਬੇਸਿਕਲੀ ਰੀੜ੍ਹ ਦੀ ਹੱਡੀ ਨਹੀਂ, ਰੀੜ੍ਹ ਦੀ ਨਸ, ਰੀੜ੍ਹ ਦੀ ਜਿਹੜੀ ਨਸ ਆ, ਨਰਵ ਆ, ਸਪਾਈਨਲ ਨਰਵ, ਉਹ ਬ੍ਰੇਨ ਦਾ ਹੀ ਇੱਕ ਪਾਰਟ ਆ। ਹਾਂਜੀ, ਤੁਸੀਂ ਇਹ ਦੇਖ ਲਓ ਵੀ ਬ੍ਰੇਨ ਇਹ ਜੀ ਚੀਜ਼ ਆ, ਜੇ ਬ੍ਰੇਨ ਦੇ ਰਾਈਟ ਪਾਰਟ 'ਚ ਦਿੱਕਤ ਆਏਗੀ ਤਾਂ ਤੁਹਾਨੂੰ ਉਹਦਾ ਬੋਡੀ 'ਚ ਲੈਫਟ ਪਾਰਟ ਤੇ ਪਤਾ ਲੱਗੇਗਾ। ਇਹ ਕ੍ਰੋਸ ਕ੍ਰਿਸ ਕ੍ਰਾਸ ਬਣਦਾ ਹੈ, ਕ੍ਰਿਸ ਕ੍ਰੋਸ ਬਣਦਾ। ਲੈਫਟ ਪਾਰਟ 'ਚ ਦਿੱਕਤ ਆਏਗੀ ਤਾਂ ਤੁਹਾਡਾ ਰਾਈਟ ਪਾਰਟ ਜਾਏਗਾ, ਰਾਈਟ 'ਚ ਆਏਗੀ ਲੈਫਟ ਪਾਰਟ ਜਾਏਗਾ। ਇਹ ਇਸ ਤਰ੍ਹਾਂ ਕਨੈਕਸ਼ਨ ਹੋਏਗਾ। ਹੁਣ ਇੱਕ ਆਪਾਂ ਗੱਲ ਕਰਦੇ ਹਾਂ, ਆਪਾਂ ਰਿਪੋਰਟਸ ਦੀ ਗੱਲ ਕੀਤੀ, ਆਪਾਂ ਗੱਲ ਕਰਦੇ ਹਾਂ ਡਿਮੈਂਸ਼ੀਆ ਦੀ। ਹੁਣ ਭੁੱਲਣ ਦੀ ਬਿਮਾਰੀ, ਉਹ ਆਪਾਂ ਹੁਣ ਕਿੱਦਾਂ ਇੱਕ ਟੈਸਟ ਕਰਕੇ ਦੱਸ ਸਕਦੇ ਆ ਵੀ ਉਹਨੂੰ ਭੁੱਲਣ ਦੀ ਬਿਮਾਰੀ ਕਿਵੇਂ ਹੋਈ ਆ? ਪਰ ਉਹਦਾ ਟ੍ਰੀਟਮੈਂਟ ਹੈ ਆਯੁਰਵੇਦ? ਬਿਲਕੁਲ ਹੈ, ਬਹੁਤ ਹੀ ਵਧੀਆ ਜੀ ਹੈ ਨਾ। ਉਹ ਵੀ ਡਿਮੈਂਸ਼ੀਆ ਹੁਣ ਸਿੰਪਟਮ ਦਾ ਹੀ ਦੱਸਣਾ ਪੈਣਾ ਜੀ। ਉਹ ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਹ ਦੋਹੇ ਜਾਣੀ ਕਿ ਡਿਮੈਂਸ਼ੀਆ ਇੱਕ ਆਪਾਂ ਗਰੁੱਪ ਕਹਿ ਦਿੰਦੇ ਹਾਂ, ਤੇ ਅਲਜ਼ਾਈਮਰ ਮੇਨ ਡਿਜ਼ੀਜ਼ ਇਹ ਡਾਕਟਰ ਸਾਹਿਬ ਉਮਰ ਦੇ ਨਾਲ ਹੁੰਦਾ ਜਾ ਕੇ, ਜਾਂ ਉਮਰ ਤੋਂ ਪਹਿਲਾਂ ਵੀ ਹੋ ਮੈਕਸਿਮਮ ਸਕਦਾ? ਉਮਰ ਦੇ ਨਾਲ ਹੁੰਦਾ, ਪਰ ਕਈਆਂ ਨੂੰ ਉਮਰ ਤੋਂ ਪਹਿਲਾਂ ਵੀ ਹੋ ਜਾਂਦਾ ਹੈ। ਕਿ ਆਮ ਲੋਕ ਚਰਚਾ ਜਦੋਂ ਕਰਦੇ ਨੇ ਕਿ ਦਿਮਾਗ ਦੇ ਵਿੱਚ ਕਲੌਟ ਬਣ ਗਿਆ ਜਾਂ ਦਿਮਾਗ ਦੀ ਕੋਈ ਨਸ ਫਟ ਗਈ, ਕੀ ਆਯੁਰਵੇਦ ਦੇ ਵਿੱਚ ਉਹਦਾ ਵੀ ਇਲਾਜ ਹੈਗਾ? ਕਲੌਟ ਖਤਮ ਹੋ ਸਕਦਾ? ਹਾਂ, ਕਲੌਟ ਬੇਸਿਕਲੀ ਗੱਲ ਤਾਂ ਉਹੀ ਆ ਕਿ ਜਿਵੇਂ ਹਾਰਟ 'ਚ ਆਇਆ, ਹਾਰਟ ਅਟੈਕ ਹੋ ਗਿਆ, ਬ੍ਰੇਨ 'ਚ ਆਇਆ, ਬ੍ਰੇਨ ਦਾ ਅਟੈਕ ਹੋ ਗਿਆ, ਕਿਸੇ ਲੱਤ ਵਗੈਰਾ 'ਚ ਗਿਆ, ਆਪਾਂ ਕਹਿਤਾ ਲੱਤ 'ਚ ਨਸ ਕਲੌਟ ਆ ਗਿਆ, ਤਾਂ ਕਲੌਟ ਬੋਡੀ 'ਚ ਕਿਤੇ ਵੀ ਟਰੈਵਲ ਕਰ ਸਕਦਾ ਆ। ਤਾਂ ਜਿਹੜੇ ਪਾਰਟ ਦੇ, ਜਿਹੜੀ ਨਾੜੀ ਦੇ ਵਿੱਚ ਗਿਆ, ਜਿਹੜੇ ਏਰੀਆ ਦੀ ਆ, ਤਾਂ ਉੱਥੇ ਉਹ ਦਿੱਕਤ ਆ ਗਈ। ਕਿਉਂਕਿ ਦਿਮਾਗ ਨੂੰ ਵੀ ਬਲੱਡ ਸਪਲਾਈ ਦੀ ਜ਼ਰੂਰਤ ਆ, ਉਹਨੂੰ ਆਕਸੀਜਨ ਚਾਹੀਦੀ ਆ, ਤਾਂ ਉਹ 'ਚ ਬਲੱਡ ਸਰਕੂਲੇਟ ਕਰਦਾ, ਤਾਂ ਦਿਮਾਗ ਦੀਆਂ ਜੇ ਨਾੜੀਆਂ ਦੇ ਵਿੱਚੋਂ ਚਲੇ ਗਿਆ ਤਾਂ ਉੱਥੇ ਉਹ ਆ ਗਿਆ। ਇੱਕ ਹੋਰ ਮਾਸਟਰ ਗਲੈਂਡ ਬਾਰੇ ਵੀ ਬੜਾ ਚਰਚਾ ਰਹਿੰਦੀ ਹੈ, ਉਹ ਕੀ ਚੀਜ਼ ਹੈ? ਮਾਸਟਰ ਗਲੈਂਡ ਬੇਸਿਕਲੀ ਆਪਾਂ ਕਹਿ ਦਿੰਦੇ ਆ ਵੀ ਖੋਪੜੀ ਦੇ ਵਿੱਚ ਸਿਰਫ ਦਿਮਾਗ ਆ। ਦਿਮਾਗ ਨਹੀਂ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਨਸਾਂ ਵਗੈਰਾ ਹੈਗੀਆਂ, ਤੇ ਉਸ ਤੋਂ ਛੋਟੇ ਗਲੈਂਡਸ ਹੁੰਦੇ ਆ ਦਿਮਾਗ ਦੇ ਵਿੱਚ, ਛੋਟੇ ਛੋਟੇ। ਉੱਥੇ ਪਿਟਿਊਟਰੀ ਗਲੈਂਡ ਹੁੰਦਾ ਇੱਕ, ਇਹਨੂੰ ਮਾਸਟਰ ਗਲੈਂਡ ਕਿਹਾ ਜਾਂਦਾ। ਤੁਸੀਂ ਇਹ ਦੇਖੋ ਵੀ ਉਹ ਬੋਡੀ ਦੀ, ਜਿਵੇਂ ਥਾਇਰਾਇਡ ਹੋ ਗਿਆ, ਆਪਣੇ ਸੈਕਸ ਰਿਲੇਟਡ ਹਾਰਮੋਨਸ ਹੋ ਗਏ, ਓਵਰੀਜ਼ ਦੇ ਹਾਰਮੋਨਸ ਹੋ ਗਏ, ਉਹ ਸਾਰੇ ਜਦ ਕੰਮ ਕਰਦੇ ਆ ਉਹ ਤੋਂ ਪੁੱਛ ਕੇ ਕਰਦੇ ਆ। ਔਰ ਇਹ ਹੁੰਦਾ ਸਿਰਫ ਇੱਕ ਮਟਰ ਦੇ ਦਾਣੇ ਜਿੱਡਾ ਸਾਈਜ਼ ਹੈ ਜੀ ਇਹਦਾ ਸਿਰਫ। ਤੇ ਤੁਸੀਂ ਇਹ ਦੇਖ ਲਓ, ਇਹ ਸਾਰੇ ਪਾਸੇ ਜਿੰਨੇ ਗਲੈਂਡਸ ਦੀਆਂ ਸੈਕ੍ਰੀਸ਼ਨਸ ਆ, ਸਭ ਨੂੰ ਇਹ ਕੰਟਰੋਲ ਕਰਦਾ, ਸਭ ਨੂੰ ਇਹ ਦੱਸਦਾ ਵੀ ਬੈਲੈਂਸ ਕਰਨੇ ਸਾਰੇ ਇਹਨੇ ਕਰਨੇ ਨੇ। ਹਾਂਜੀ, ਤਾਂ ਉਹ ਸਭ ਕੁਝ ਇਹਦੇ ਥਰੂ ਹੀ ਹੁੰਦਾ। ਵੈਦ ਸਾਹਿਬ, ਅੱਗੇ ਵਧਣ ਤੋਂ ਪਹਿਲਾਂ ਇੱਕ ਸਵਾਲ ਮੇਰਾ ਜ਼ਰੂਰ ਹੈ। ਆਮ ਤੌਰ ਤੇ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਬਿਮਾਰੀ ਹੈਗੀ ਹੈ ਐਂਜ਼ਾਈਟੀ ਹੋਣਾ, ਘਬਰਾਹਟ ਹੋਣੀ, ਡਿਪਰੈਸ਼ਨ ਦੇ ਵਿੱਚ ਚਲੇ ਜਾਣਾ, ਬਾਈਪੋਲਰ ਹੋਣਾ। ਇਹ ਆਮ ਲੋਕਾਂ ਨੂੰ ਤਾਂ ਇਹ ਸਮਝ ਹੀ ਨਹੀਂ ਆਉਂਦਾ ਕਿ ਇਹ ਬਿਮਾਰੀ ਵੀ ਹੈ। ਲੋਕ ਤਾਂ ਮੰਨਦੇ ਹੀ ਨਹੀਂ ਕਿ ਮੈਨੂੰ ਕੋਈ ਘਬਰਾਹਟ ਦੀ ਵੀ ਬਿਮਾਰੀ ਹੈ ਜਾਂ ਡਿਪਰੈਸ਼ਨ ਦੀ ਵੀ ਕੋਈ ਬਿਮਾਰੀ ਹੈ। ਇਹ ਸਮਝਣ 'ਚ ਬੜਾ ਸਮਾਂ ਲੱਗ ਜਾਂਦਾ ਕਿ ਹਾਂ ਤੁਸੀਂ ਬਿਮਾਰ ਹੋ, ਤੁਸੀਂ ਦਵਾਈ ਵੀ ਲੈਣੀ ਹੈ। ਇੱਕ ਤਾਂ ਇਹ ਹੁੰਦਾ ਵੀ ਜਿਵੇਂ ਮਾਨਸਿਕ ਰੋਗ, ਕੋਈ ਡਿਪਰੈਸ਼ਨ, ਤਾਂ ਉਹ ਆਪਣੇ ਆਪ ਨੂੰ ਮਰੀਜ਼ ਨਹੀਂ ਮੰਨਦਾ, ਉਹ ਉਲਟਾ ਦੂਜੇ ਨੂੰ ਮਰੀਜ਼ ਮੰਨੀ ਜਾਊਗਾ। ਉਹ ਵੀ ਮੈਂ ਨਹੀਂ ਮਰੀਜ਼, ਤੂੰ ਮਰੀਜ਼ ਆ ਜੀ। ਇਹ ਹੁਣ ਜਿਵੇਂ ਬਾਈਪੋਲਰ ਆ, ਵੀ ਇੱਕੋ ਬੰਦੇ ਦੇ ਦੋ ਤਰ੍ਹਾਂ ਦੇ ਸੁਭਾਸ਼ਕ ਚੀਜ਼ਾਂ ਅਲੱਗ ਜੀ। ਇਹ ਸਪਲਿਟ ਪਰਸਨੈਲਿਟੀ ਬਣ ਹਾਂਜੀ ਹਾਂਜੀ, ਵੀ ਹੁਣ ਹੱਸਦਾ ਇਹਨੇ ਪਰ ਵੀ 20 ਮਿੰਟ ਨੂੰ ਜਾਂ ਕੋਈ ਰੌਲੇ ਪਾ ਕੇ ਬਹਿ ਜਾਵੇ ਜੀ। ਉਹ ਆਪਾਂ ਆਮ ਕਰਕੇ ਬਹੁਤ ਵੱਡੀਆਂ ਸ਼ਖਸੀਅਤਾਂ ਵੀ ਦੇਖਦੇ ਹਾਂ, ਜਿਹੜੇ ਪੰਗੇ ਪੈ ਰਹਿੰਦੇ ਨੇ, ਉਹ ਆਹੀ ਚੀਜ਼ਾਂ ਨੇ ਜੀ। ਉਹ ਜਿਵੇਂ ਮਾਈਗ੍ਰੇਨ ਹੋ ਗਈ, ਮੈਦਾ ਸਿਰ ਦੁਖਦਾ ਜੀ, ਇਹ ਹੁਣ ਇਹ ਵੀ ਕਿਤੇ ਰਿਪੋਰਟ 'ਚ ਨਹੀਂ ਆਉਂਦਾ ਜੀ। ਵੈਸੇ ਸਾਹਿਬ, ਇਹ ਤੁਹਾਨੂੰ ਲੱਗਦਾ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਇਸ ਗੱਲ ਵੱਲ? ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਮਰੀਜ਼ ਤਾਂ ਆਪਣੇ ਆਪ ਨੂੰ ਮਰੀਜ਼ ਮੰਨਦਾ ਹੀ ਨਹੀਂ, ਫਿਰ ਫੈਮਿਲੀ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵੀ ਇਹਦਾ ਟ੍ਰੀਟਮੈਂਟ ਹੋਣਾ ਚਾਹੀਦਾ। ਹਾਂ, ਨਹੀਂ ਤਾਂ ਧਿਆਨ ਤਾਂ ਦੇਣਾ ਚਾਹੀਦਾ ਜੀ, ਇਹ ਬਿਲਕੁਲ ਜੀ। ਪਰ ਆਮ ਕਰਕੇ ਬਹੁਤ, ਜਿਵੇਂ ਮੰਨ ਲਓ ਕੋਈ ਹੁਣ ਹੱਥੇ ਤੋਂ ਹੋਈ ਜਾਂਦਾ ਜੀ, ਉਹ ਵਹਿਮ ਹੀ ਉਹਨੂੰ, ਕੋਈ ਉਈਓ ਜੀ, ਕੋਈ ਕੁਛ ਕਰੀ ਜਾਂਦੇ। ਹੁਣ ਵਹਿਮ ਹੈ ਜੀ। ਉਹ ਬੇਸਿਕਲੀ ਵਹਿਮ ਵੀ ਇੱਕ ਬਿਮਾਰੀ ਹੈ ਜੀ। ਇਹ ਅਸੀਂ ਵਹਿਮ ਦਾ ਵੀ ਇਲਾਜ ਕਰਦੇ ਹਾਂ, ਕਿਉਂਕਿ ਵਹਿਮ ਵੀ ਇਹ ਵੀ ਇੱਕ ਦਿਮਾਗ ਦੀ ਹੀ ਬਿਮਾਰੀ ਹੈ ਜੀ। ਇਹ ਆਪਾਂ ਉਹਨੂੰ ਨਾਰਮਲ ਲੈ ਜਾਂਦੇ ਵੀ ਨਹੀਂ ਜੀ, ਇਹਦਾ ਸੁਭਾਅ ਬਣਿਆ ਜੀ। ਇਹ
ਕਿਉਂਕਿ ਇਹ ਕੋਈ ਛੋਟੀ ਬਿਮਾਰੀ ਨਹੀਂ ਹੈ। ਬੜੇ ਸਾਰੇ ਲੋਕ ਇਦਾਂ ਦੇ ਪੇਸ਼ੈਂਟ ਦੇਖੇ ਜਿਹੜੇ ਘਰੋਂ ਹੀ ਨਹੀਂ ਨਿਕਲਦੇ, ਇੰਨੀ ਉਹਨਾਂ ਨੂੰ ਐ ਹੁੰਦਾ ਵੀ ਦਿਨ ਚੜੀ ਨਾ ਜੀ, ਹਨੇਰੇ ਹੀ ਰਹੇ। ਹਨੇਰਾ ਹੀ ਰਵੇ, ਬਿਲਕੁਲ। ਇਹ 'ਚ ਹੁੰਦਾ ਕਿ ਵਹਿਮ ਡੈਲੀਰੀਅਮ ਕਹਿ ਦਿੰਦੇ ਆ। ਇਹ 'ਚ ਇਹ ਆ ਵੀ ਸਰਾਊਂਡਿੰਗ ਦੇ ਬਾਰੇ 'ਚ ਇੰਨੀ ਅਵੇਅਰਨੈਸ ਹੀ ਨਹੀਂ ਰਹਿੰਦੀ, ਜਾਂ ਬੰਦਾ ਡਰਿਆ ਹੀ ਰਹਿੰਦਾ ਵੀ ਹੁਣ ਆਹ ਚੀਜ਼ ਨਾ ਹੋਵੇ, ਕਨਫਿਊਜ਼ ਹੀ ਰਹਿ ਜਾਂਦਾ ਆਪਣੇ ਆਲੇ ਦੁਆਲੇ ਦੇ ਲਈ ਵੀ ਜਿਵੇਂ ਆਹ ਗਲਾਸ ਪਿਆ 'ਚ ਪਾਣੀ ਪੀਣ ਲਾਇਕ ਹੈ ਨਹੀਂ ਹੈ। ਇਹੀ ਚੀਜ਼ ਦਾ ਵਹਿਮ ਖਾਈ ਜਾਣਾ ਵੀ ਇਹ ਪਤਾ ਨਹੀਂ ਕਿੱਦਾਂ ਕਿਸ ਤਰ੍ਹਾਂ ਪਿਆ, ਕਿਉਂ ਪਿਆ। ਜਾਂ ਸ਼ੱਕ ਕਰਨ ਵੀ ਬਿਮਾਰੀ ਉਹ ਸ਼ੱਕੇ ਕਰਨਗੇ ਤੇ ਜੀ ਚੀਜ਼ ਦਵਾਈ ਨਾਲ ਠੀਕ ਹੋ ਜਾਂਦੀ। ਹਾਂਜੀ, ਆਯੁਰਵੇਦ ਦਾ ਤੁਹਾਡੇ ਕੋਲ ਇਲਾਜ ਹੈਗਾ। ਹਾਂਜੀ, ਕੀ ਬਾਤ ਹੈ, ਇਹ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ। ਡਾਕਟਰ ਦੀਕਸ਼ਾ, ਮੈਂ ਤੁਹਾਡੇ ਤੋਂ ਸਮਝਣਾ ਚਾਹਣਾ, ਜਿਹੜੇ ਐਂਜ਼ਾਈਟੀ ਖਾਸ ਤੌਰ ਤੇ ਫੀਮੇਲਸ ਦੇ ਵਿੱਚ ਅਸੀਂ ਇਹ ਬਹੁਤ ਦੇਖਿਆ, ਉਹਨਾਂ ਨੂੰ ਇਦਾਂ ਦੀ ਵੀ ਐਂਜ਼ਾਈਟੀ, ਬੜੇ ਸਾਰੇ ਕੇਸਿਸ ਇਦਾਂ ਦੇ ਵੀ ਅਸੀਂ ਦੇਖੇ ਆ, ਆਮ ਤੌਰ ਤੇ ਆਉਂਦੇ ਆ ਕਿ ਉਹ ਘਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਕੇ ਰੱਖ ਲੈਂਦੇ ਆ। ਉਹ ਇੰਨਾ ਸੋਸ਼ਲ ਨੈਟਵਰਕਿੰਗ ਤੋਂ ਡਰਦੇ ਆ, ਲੋਕਾਂ ਦੇ ਵਿੱਚ ਜਾਣ ਤੋਂ ਡਰਦੇ ਆ। ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਬਹੁਤ ਸਾਰਾ ਤੁਸੀਂ ਦੇਖਿਆ ਹੋਣਾ ਕਿ ਲੋਕ 3-3 ਸਾਲ ਤੋਂ ਆਪਣੇ ਘਰ ਦੇ ਵਿੱਚ ਹੀ ਕੈਦ ਹੈ। ਇਹ ਚੀਜ਼ਾਂ ਕਿਸ ਚੀਜ਼ ਦੇ ਨਾਲ ਜੁੜੀਆਂ ਹੋਈਆਂ ਕਿ ਇਹਦਾ ਵੀ ਇਲਾਜ ਹੋ ਸਕਦਾ ਆਯੁਰਵੇਦ 'ਚ? ਹਾਂਜੀ, ਇਹਦਾ ਵੀ ਟ੍ਰੀਟਮੈਂਟ ਹੈ। ਬੇਸਿਕਲੀ ਐਂਜ਼ਾਈਟੀ ਕਹਿ ਲਓ, ਡਿਪਰੈਸ਼ਨ ਕਹਿ ਲਓ, ਕਈ ਪੇਸ਼ੈਂਟਸ ਐਵੇਂ ਦੇ ਹੁੰਦੇ ਨੇ, ਉਹ ਕਹਿੰਦੇ ਨੇ ਕਿ ਸਾਨੂੰ ਕੁਝ ਨਹੀਂ ਹੋਇਆ, ਪਰ ਉਹਨਾਂ ਦੇ ਜਿਹੜੇ ਨਾਲ ਰਿਲੇਟਿਵਸ ਆਉਂਦੇ ਨੇ ਉਹ ਸਾਨੂੰ ਐਕਸਪਲੇਨ ਕਰਦੇ ਨੇ ਕਿ ਸਾਨੂੰ ਇਹਨਾਂ ਦੇ ਬਿਹੇਵੀਅਰ ਚੇਂਜਸ ਲੱਗਦੇ ਆ। ਬੇਸਿਕਲੀ ਡਿਪਰੈਸ਼ਨ, ਐਂਜ਼ਾਈਟੀ ਕੀ ਬਿਹੇਵੀਅਰ ਚੇਂਜਸ ਨੇ। ਤੁਹਾਨੂੰ ਉਹਨਾਂ ਦੇ ਦੇਖਣ ਦੇ ਵਿੱਚ ਕੀ ਲੱਗਦਾ ਹੈ? ਕਈ ਬਹੁਤ ਜ਼ਿਆਦਾ ਬੋਲਣਾ ਸ਼ੁਰੂ ਕਰ ਦਿੰਦੇ ਨੇ, ਕਈ ਬੇਮਤਲਬ ਬੋਲਦੇ ਨੇ, ਆਪਾਂ ਕਹਿੰਦੇ ਹਾਂ ਕਿ ਕੁਝ ਵੀ ਬੋਲੀ ਜਾਂਦੇ ਨੇ। ਕਈ ਹੁੰਦੇ ਨੇ ਕਿ ਬਿਲਕੁਲ ਹੀ ਨਹੀਂ ਬੋਲਦੇ, ਸਾਇਲੈਂਟ ਹੋ ਜਾਂਦਾ। ਬਿਲਕੁਲ, ਮਤਲਬ ਇਹ ਚੀਜ਼ਾਂ ਦੇਖਣ ਵਾਲੀਆਂ। ਬੇਸਿਕਲੀ ਮੇਨ ਕੀ ਦੇਖਣਾ, ਤੁਸੀਂ ਉਹਦਾ ਬਿਹੇਵੀਅਰ ਦੇਖਣਾ ਕਿ ਬਿਹੇਵੀਅਰ ਕੀ ਹੈ। ਕਈ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੇ ਨੇ, ਕਈ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਕਮਰੇ 'ਚ ਬੰਦ ਹੋ ਜਾਂਦੇ ਨੇ, ਕਿਸੇ ਨਾਲ ਗੱਲ ਨਹੀਂ ਕਰਨੀ। ਇਹ ਦੋਨੋਂ ਚੀਜ਼ਾਂ ਹੈ ਅਲੱਗ-ਅਲੱਗ ਸਿੰਪਟਮਸ, ਪਰ ਉਹ ਹੈਗੇ ਇੱਕ ਡਿਪਰੈਸ਼ਨ ਔਰ ਐਂਜ਼ਾਈਟੀ ਦੇ ਹੀ। ਵੈਸੇ ਸਭ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਵਾਲੇ ਪੇਸ਼ੈਂਟਸ ਹੁੰਦੇ ਨੇ, ਇਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਕਈ ਤਾਂ ਸਿਰਫ ਕਾਉਂਸਲਿੰਗ ਤੇ ਇੰਨਾ ਜ਼ੋਰ ਪਾ ਦਿੰਦੇ, ਦਵਾਈ ਦਿੰਦੇ ਹੀ ਨਹੀਂ, ਉਸ ਸਾਲੋ ਸਾਲ ਕਾਉਂਸਲਿੰਗ ਹੀ ਚੱਲਦੀ ਰਹਿੰਦੀ ਹੈ। ਨਹੀਂ, ਸਾਡੀ ਤਾਂ ਦਵਾਈ ਕੋਈ ਲੰਮਾ ਸਮਾਂ ਨਹੀਂ ਚੱਲਦੀ ਹੈਗੀ ਜੀ। ਕੁਝ ਕੁ ਦਵਾਈਆਂ ਹੈਗੀਆਂ, ਅਸੀਂ ਦੱਸ ਦਿੰਦੇ ਹਾਂ ਜੀ ਵੀ ਆਹ ਦਵਾਈ ਇੰਨਾ ਸਮਾਂ ਖਾਣੀ ਪਊਗੀ। ਹੁਣ ਜਿਵੇਂ ਮਾਈਗ੍ਰੇਨ ਆ ਜੀ, ਡਿਪਰੈਸ਼ਨ ਆ ਜੀ, ਇਹਦੀ ਦਵਾਈ ਸਾਡੀ ਬਹੁਤ ਘੱਟ ਸਮਾਂ ਖਾਣੀ ਪੈਂਦੀ ਹੈ ਜੀ। ਅਸੀਂ ਇੱਕ ਛੋਟੀ ਜਿਹੀ ਗੱਲ ਹੋਰ, ਜਿਹਨੂੰ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਬਹੁਤ ਸਾਰੇ ਲੋਕ ਸ਼ਰਮ ਕਰਕੇ ਵੀ ਅੱਗੇ ਨਹੀਂ ਆਉਂਦੇ ਕਿ ਮੈਨੂੰ ਪਾਗਲ ਸਮਝਿਆ ਜਾਏਗਾ, ਮੈਨੂੰ ਇਹ ਸਮਝਿਆ ਜਾਏਗਾ ਤਾਂ ਦਿਮਾਗ ਖਰਾਬ ਹੈ। ਉਹਨੂੰ ਲੱਗਦਾ ਕਿ ਜਿਹੜੇ ਸਮਾਜਿਕ ਤੌਰ ਤੇ ਲੋਕ ਨੇ ਉਹਦੇ ਤੋਂ ਦੂਰ ਹੋ ਜਾਣਗੇ। ਇਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ, ਇਸ ਚੀਜ਼ ਦੀ ਮੈਨੂੰ ਲੱਗਦਾ ਆਪਣਾ ਪਹਿਲਾਂ ਵੀ ਇੱਕ ਦਿਨ ਆਪਣੀ ਇਹੀ ਗੱਲ ਚੱਲੀ ਸੀ ਵੀ ਇਹ 'ਚ ਤੁਸੀਂ ਡਰੋ ਨਾ, ਕਿਉਂਕਿ ਇਹ 'ਚ ਤੁਹਾਡਾ ਕਸੂਰ ਨਹੀਂ ਹੈਗਾ। ਇਹ ਚੀਜ਼ ਹੋਊਗੀ, ਤਾਂ ਬਿਮਾਰੀ ਆ ਜੀ, ਇਹ ਤਾਂ ਬਿਮਾਰੀ ਹੈ। ਬਿਮਾਰੀ ਬੁਖਾਰ ਚੜਦਾ, ਹੁਣ ਬੁਖਾਰ ਚੜਦੇ ਤੁਸੀਂ ਕਿਸੇ ਤੋਂ ਪਿੱਛੇ ਥੋੜੀ ਹਟ ਜਾਓਗੇ। ਹਾਂ, ਖਾਂਸੀ ਜ਼ੁਕਾਮ ਹੋਇਆ ਤਾਂ ਦੂਰੀ ਬਣਾ ਲਓ, ਪਰ ਜੇ ਡਿਪਰੈਸ਼ਨ, ਐਂਜ਼ਾਈਟੀ ਹੈ ਫਿਰ ਦੂਰੀ ਨਾ ਬਣਾਓ, ਕਿਉਂਕਿ ਖਾਂਸੀ ਜ਼ੁਕਾਮ ਤੋਂ ਕਿਸੇ ਨੂੰ ਫਲੂ ਹੋ ਸਕਦਾ, ਪਰ ਇਹ ਨਹੀਂ ਤੁਹਾਡੇ ਤੋਂ ਇੱਕ ਦੂਜੇ ਨੂੰ ਹੋਏਗਾ। ਫਿਰ ਗੱਲ ਹੋਰ ਆ ਜੀ, ਜਿੰਨਾ ਤੁਸੀਂ ਰੋਗ ਨੂੰ ਦਵਾਈ ਜਾਓਗੇ ਜੀ ਉਹਨਾਂ ਵਧੀ ਜਾਊਗਾ ਜੀ। ਉਹ ਡਿਪਰੈਸ਼ਨ ਹੋਣਾ ਮਤਲਬ ਇਹ ਨਹੀਂ ਕਿ ਉਹ ਪਾਗਲ ਹੋ ਗਿਆ। ਹਾਂ, ਇਹ ਸਮਝਣਾ ਪਹਿਲਾਂ ਬੜਾ ਇਹ ਜ਼ਰੂਰੀ ਹੈ। ਵਹਿਮ ਕੱਢੋ ਆਪਣੇ ਮਨ ਚੋਂ, ਪਹਿਲਾਂ ਤੁਸੀਂ ਵਹਿਮ ਕੱਢੋ, ਤਾਂ ਹੀ ਤੁਸੀਂ ਪੇਸ਼ੈਂਟ ਨੂੰ ਸਮਝ ਪਾਓਗੇ। ਬਾਈਪੋਲਰ ਹੋ ਗਿਆ, ਡਿਪਰੈਸ਼ਨ ਹੋ ਗਿਆ। ਇੱਕ ਦਿਨ ਸਾਡੇ ਕੋਲ ਇੱਕ ਪੇਸ਼ੈਂਟ ਆਇਆ, ਪੇਸ਼ੈਂਟ ਨਹੀਂ, ਉਹਦਾ ਅਟੈਂਡੈਂਟ ਆਇਆ, ਮੂੰਹ ਬੰਨਿਆ ਹੋਇਆ। ਉਹਨੂੰ ਅਸੀਂ ਪੁੱਛਿਆ ਵੀ ਕੀ ਗੱਲ ਆ? ਕਹਿੰਦਾ ਮੈਂ ਤਾਂ ਦੇਖਦਾ ਸੀ ਕੋਈ ਮੇਰੇ ਪਿੰਡ ਦਾ ਤਾਂ ਨਹੀਂ ਬੈਠਾ। ਨਹੀਂ, ਕਹਿੰਦਾ ਮੈਂ ਅੰਦਰ ਹੀ ਨਹੀਂ ਸੀ ਆਣਾ, ਮੈਂ ਦੱਸਣਾ ਹੀ ਨਹੀਂ ਸੀ, ਮੇਰੇ ਮੁੰਡੇ ਨੂੰ ਡਿਪਰੈਸ਼ਨ। ਫਿਰ ਉਹਨੂੰ ਸਮਝਾਇਆ ਵੀ ਤੂੰ ਪਹਿਲਾਂ ਆਪਣੀ ਬੇਟੇ ਨੂੰ ਠੀਕ ਕਰਨਾ, ਆਪਣੀ ਥਿੰਕਿੰਗ ਤਾਂ ਚੇਂਜ ਕਰ, ਤੂੰ ਕਦ ਲਈ ਡਰਦਾ ਫਿਰੀ ਜਾ ਰਿਹਾ? ਕੋਈ ਬਿਮਾਰੀ ਆ ਉਸ ਤਰ੍ਹਾਂ ਇਹ ਵੀ ਬਿਮਾਰੀ ਆ ਜੀ। ਬਿਮਾਰੀ ਹੈ, ਬਿਲਕੁਲ। ਚਲੋ, ਦਿਮਾਗ ਨਾਲ ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਤੁਸੀਂ ਗ੍ਰਸਤ ਹੋ ਤਾਂ ਤੁਸੀਂ ਪਹੁੰਚ ਕਰ ਸਕਦੇ ਹੋ। ਡਾਕਟਰ ਸਾਹਿਬ, ਇੱਕ ਸਵਾਲ ਹੋਰ, ਕੀ ਡੋਜ਼ ਜਿਹੜੀਆਂ ਤੁਸੀਂ ਦਿੰਦੇ ਹੋ ਬਣਾ ਕੇ, ਉਹ ਤੁਸੀਂ ਉਸ ਤੋਂ ਬਾਅਦ ਜਦੋਂ ਮਰੀਜ਼ ਨੂੰ ਦੇਣੀ ਸ਼ੁਰੂ ਕਰ ਦਿੰਦੇ ਹੋ, ਘੱਟ ਵੱਧ ਵੀ ਕਰਦੇ ਹੋ ਤੁਸੀਂ ਰਿਜ਼ਲਟ ਦੇਖ ਕੇ? ਰਿਜ਼ਲਟ ਦੇ ਅਕੋਰਡਿੰਗ ਚੱਲਣਾ ਪੈਂਦਾ। ਜਿਵੇਂ ਟ੍ਰੀਟਮੈਂਟ ਸ਼ੁਰੂ ਕੀਤਾ, ਕਿਸੇ ਨੂੰ ਕੁਝ ਜ਼ਿਆਦਾ ਦੀ ਜ਼ਰੂਰਤ ਆ, ਕਿਸੇ ਨੂੰ ਇੱਕੇ ਟਾਈਮ ਮੈਡੀਸਿਨ ਦੀ ਲੋੜ ਆ, ਕਿਸੇ ਨੂੰ ਦਿਨ 'ਚ 2 ਵਾਰ ਵੀ ਜ਼ਰੂਰਤ ਪੈ ਜਾਂਦੀ ਆ। ਕੋਈ ਏਜ ਦੇ ਰਿਲੇਟਡ ਜ਼ਿਆਦਾ ਏਜ ਦਾ, ਘੱਟ ਏਜ ਦਾ ਆ ਤਾਂ ਉਸ ਬੱਚਾ ਆ ਉਹਨੂੰ ਡੋਜ਼ ਘੱਟ ਦੇਣੀ ਆ ਜਾਂ ਬੜੇ ਨੂੰ ਦੇਣੀ ਹੈ। ਕਰਨਾ ਪੈਂਦਾ ਜੀ, ਪੇਸ਼ੈਂਟ ਟੂ ਪੇਸ਼ੈਂਟ ਇਹ ਚੀਜ਼ ਬਰੀ ਕਰਦੀ ਆ, ਤੇ ਅਕੋਰਡਿੰਗ ਟੂ ਡਿਜ਼ੀਜ਼ ਵੀ ਇਹ ਚੀਜ਼ ਦੇਖਣੀ ਪੈਂਦੀ। ਜ਼ਿਆਦਾਤਰ ਇਹ ਦਿਮਾਗ ਨਾਲ ਜਿਹੜੀਆਂ ਰਿਲੇਟਡ ਬਿਮਾਰੀਆਂ ਹੁੰਦੀਆਂ, ਇਹ ਤੁਸੀਂ ਟੈਸਟ ਕਰਾਉਂਦੇ ਹੋ? ਤੁਹਾਨੂੰ ਸਟੀਕ ਥੋੜਾ ਜਿਹਾ ਪਤਾ ਲੱਗ ਜਾਏ? ਜਿਵੇਂ ਪਹਿਲਾਂ ਆਪਾਂ ਗੱਲ ਚੱਲੀ ਸੀ ਵੀ ਨਸ ਫਟ ਗਈ ਜਾਂ ਉਸ ਤੋਂ ਬਾਅਦ ਨਾੜੀ ਫਟ ਗਈ ਜਾਂ ਦੂਜਾ ਖੋਟ ਆ ਗਿਆ, ਇਹੋ ਜਿਹੀਆਂ ਕੋਈ ਦਿੱਕਤਾਂ ਲੱਗਦੀਆਂ ਤਾਂ ਉਹਦੇ ਟੈਸਟ ਕਰਾਉਣੇ ਪੈਂਦੇ ਆ। ਹੁਣ ਜਿਵੇਂ ਕੋਈ ਡਿਪਰੈਸ਼ਨ ਹੈ, ਐਂਗਜ਼ਾਈਟੀ ਦਾ, ਇਹਦਾ ਤਾਂ ਕੋਈ ਟੈਸਟ ਨਹੀਂ ਹੋਏਗਾ। ਡਿਮੈਂਸ਼ੀਆ, ਅਲਜ਼ਾਈਮਰ, ਇਹਦਾ ਕੋਈ ਟੈਸਟ ਨਹੀਂ ਹੋਏਗਾ। ਇਹ ਤਾਂ ਦੇਖ ਕੇ ਪਤਾ ਲੱਗ ਜਾਂਦਾ। ਹਾਂਜੀ, ਇਹ ਤਾਂ ਦੇਖ ਕੇ ਹੀ ਕਾਫੀ ਜ਼ਿਆਦਾ ਪ੍ਰੋਬਲਮ ਅਸੀਂ ਸਲਾਹ ਮਸ਼ਵਰਾ ਕਰਕੇ ਜੀ ਅਸੀਂ ਮੰਨ ਲਓ ਅਸੀਂ ਕੀ ਕਹਿ ਸਕਦੇ, ਲੱਛਣ ਦੇਖ ਕੇ ਵੀ ਦਵਾਈ ਦੇਣੀ ਜੀ। ਡਾਕਟਰ ਦੀਕਸ਼ਾ, ਵੈਸੇ ਤੁਹਾਡੀ ਸਟੱਡੀ ਕੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਾਂ ਓਵਰਆਲ ਮਾਈਗ੍ਰੇਸ਼ਨ ਦੇ ਜਾਂ ਡਿਪਰੈਸ਼ਨ ਦੇ ਜਾਂ ਐਂਜ਼ਾਈਟੀ ਦੇ ਕੇਸਿਸ ਵਧੇ ਨੇ? ਬਹੁਤ ਜ਼ਿਆਦਾ ਟਾਈਮ ਦੇ ਨਾਲ ਵਧੇ ਨੇ। ਸਟ੍ਰੈਸ ਕਹਿ ਲਓ,
ਕੰਮ ਇੰਨਾ ਕਹਿ ਲਓ ਜਾਂ ਮੇਨ ਮੈਨੂੰ ਜੋ ਚੀਜ਼ ਲੱਗਦੀ ਹੈ ਕਿ ਅੱਜ ਕੱਲ ਇੱਕ ਦੂਸਰੇ ਕੋਲ ਟਾਈਮ ਨਹੀਂ ਹੈ, ਜੇ ਟਾਈਮ ਹੈ ਤਾਂ ਕੱਢਦੇ ਨਹੀਂ ਆ। ਇੱਕ ਫੈਮਲੀਜ਼ ਉਹ ਫੈਮਿਲੀ ਉਹ ਚੀਜ਼ ਨਹੀਂ ਹੈ। ਨਿਊਕਲੀਅਰ ਫੈਮਲੀਜ਼ ਹੁੰਦੀਆਂ ਜਾ ਰਹੀਆਂ। ਉਹਨੇ ਫੋਰਨ ਉਹ ਕੰਟਰੀ ਚੀਜ਼ ਉਹਨਾਂ ਦਾ ਕੋਲ ਸਮਾਂ ਨਹੀਂ ਹੈਗਾ ਜੀ। ਆਪਣੇ ਨਾਲੋਂ ਜੇ ਦੇਖਿਆ ਜਾਵੇ ਤਾਂ ਬਾਹਰ ਦੀ ਕੰਟਰੀ ਦੇ ਵਿੱਚ ਵੱਧ ਹੋ ਜੀ। ਇਹਦਾ ਨਾਲੇ ਕੋਈ ਇਹਦਾ ਪੈਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਹਾਂ, ਇਹ ਬੜੀ ਵੱਡੀ ਗੱਲ ਹੈ। ਇਹ ਕੋਈ ਇਹ ਨਹੀਂ ਹੈਗਾ ਵੀ ਇਹ ਤੁਹਾਡੇ ਕੋਲ ਵੀ ਸਾਰੀਆਂ ਸੁੱਖ ਸਹੂਲਤਾਂ ਹੈਗੀਆਂ ਨੇ ਤੇ ਤੁਹਾਨੂੰ ਵੀ ਤੁਹਾਨੂੰ ਬਿਮਾਰੀ ਨਹੀਂ ਕੋਈ ਤੇ ਤੁਹਾਨੂੰ ਬਿਮਾਰੀ ਨਹੀਂ ਕੋਈ ਹੋ ਦਿਮਾਗ ਦੀ ਸਕਦੀ। ਬਿਮਾਰੀ ਨਹੀਂ ਹੋਗੀ ਜੀ। ਇਹ ਵੀ ਇੱਕ ਬਹੁਤ ਗਲਤ ਧਾਰਨਾ ਹੈ। ਆਮ ਲੋਕਾਂ ਨੂੰ ਹੁੰਦੀ ਆ ਵੀ ਡਿਪਰੈਸ਼ਨ ਤਾਂ ਆਉਂਦਾ ਏ ਵੀ ਜੇ ਕਿਤੇ ਕੋਈ ਤੰਗੀ ਤੁਸ਼ੀ ਆ। ਇਹਦਾ ਕੋਈ ਸੰਬੰਧ ਨਹੀਂ ਹੈ ਕਿਉਂ ਡਾਕਟਰ ਸਾਹਿਬ ਜੀ? ਇਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ। ਵੈਸੇ ਸਾਹਿਬ ਇੱਕ ਆਖਰੀ ਸਵਾਲ, ਖਾਸ ਤੌਰ ਤੇ ਜੇ ਆਪਾਂ ਵਿਦੇਸ਼ਾਂ ਦੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਉੱਥੇ ਵੀ ਡਿਪਰੈਸ਼ਨ ਹੈ, ਉੱਥੋਂ ਦੇ ਲੋਕ ਵੀ ਬਹੁਤ ਡਿਪਰੈਸਡ ਰਹਿੰਦੇ ਨੇ, ਉੱਥੇ ਦੇ ਪੇਸ਼ੈਂਟ ਵੀ ਤੁਹਾਡੇ ਕੋਲ ਆਉਂਦੇ ਨੇ, ਫਿਰ ਦਵਾਈਆਂ ਤੁਸੀਂ ਸਾਡਾ ਸਭ ਤੋਂ ਵੱਧ ਜਿਹੜੇ ਡਿਪਰੈਸ਼ਨ ਦੇ ਨੇ ਤਾਂ ਬਾਹਰਲੀ ਕੰਟਰੀ ਵੱਧ ਨੇ ਜੀ। ਯੂਕੇ ਚ ਬਹੁਤ ਹੱਦੋਂ ਵੱਧ ਡਿਪਰੈਸ਼ਨ ਯੂਕੇ ਚ, ਕੈਨੇਡਾ ਅਮਰੀਕਾ ਚ ਵੀ ਆ, ਪਰ ਯੂਕੇ ਚ ਬਹੁਤ ਜ਼ਿਆਦਾ ਪੇਸ਼ੈਂਟ। ਸਾਨੂੰ ਥੋੜਾ ਇੱਕ ਸੌਖਾ ਗੱਲ ਇਹ ਹੈ ਵੀ ਸਾਡੇ ਜਿਹੜੇ ਹਜ਼ਾਰਾਂ ਮਰੀਜ਼ ਠੀਕ ਹੋਏ ਨੇ ਉਹ ਦੂਜੇ ਨੂੰ ਵੱਧ ਦੱਸਦੇ ਨੇ ਜੀ। ਇਸ ਕਰਕੇ ਸਾਨੂੰ ਉਹਨਾਂ ਦਾ ਟਰਸਟ ਵੱਧ ਬਣਦਾ ਜੀ। ਇੱਕ ਸਾਡੇ ਕੋਲ ਪੇਸ਼ੈਂਟ ਹੈ ਡਿਪਰੈਸ਼ਨ ਦਾ, ਮੈਂ ਤੁਹਾਨੂੰ ਕਾਰਨ ਦੱਸੂਗੀ। ਨਾਰਵੇ ਦੇ ਵਿੱਚ ਮੈਨੂੰ ਯਾਦ ਨਹੀਂ ਹੈ ਹੁਣ ਉਹ ਕਿਹੜੀ ਜਗ੍ਹਾ ਹੈ, ਕਿ ਉੱਥੇ 6 ਮਹੀਨੇ ਸੂਰਜ ਰਹਿੰਦਾ ਤੇ 6 ਮਹੀਨੇ ਰਹਿੰਦਾ ਹੈ। ਉਸ ਚੀਜ਼ ਕਰਕੇ ਇੱਕ ਲੇਡੀ ਨੂੰ ਡਿਪਰੈਸ਼ਨ ਹੋ ਗਿਆ। ਤਾਂ ਆਪਾਂ ਕੀ ਸੋਚ ਸਕਦੇ ਹਾਂ ਉਸ ਚੀਜ਼ ਬਾਰੇ ਵੀ ਡਿਪਰੈਸ਼ਨ ਦਾ ਕੀ ਕਾਰਨ ਹੋ ਸਕਦਾ? ਨਹੀਂ, ਇੱਕ ਜੋ ਪਰਿਵਾਰ ਇਕੱਠੇ ਨਹੀਂ ਹੁੰਦੇ, ਕੰਮ ਦਾ ਬਹੁਤ ਲੋਡ ਆ ਜੀ। ਇਹ ਵੀ ਬਹੁਤ ਚੀਜ਼ਾਂ ਚਲੋ ਆਪਾਂ ਕਹਿੰਦੇ ਚਲੋ ਕਾਹਨੂੰ ਕਹਿੰਦੇ ਨੇ, ਇਹ ਚੀਜ਼ਾਂ ਵੀ ਬਹੁਤ ਕਾਊਂਟ ਕਰਦੀਆਂ ਨੇ। ਹੁਣ ਅੱਗੇ ਸੰਯੋਗਤ ਪਰਿਵਾਰ ਤੇ ਉਸ ਵਿੱਚ ਰੋਟੀ ਖੱਡ ਮਿਲ ਕੇ ਬਹਿਦੇ ਠੀਕ ਹੈ ਜੀ, ਚਾਰ ਗੱਲਾਂ ਕਰਦੇ ਸੀ ਆਪਸ ਇੱਕ ਦੂਜੇ ਨਾਲ ਦੁੱਖ ਸੁੱਖ ਸ਼ੇਅਰ ਕਰਦੇ ਸੀ। ਉਹਨੂੰ ਸਮਝ ਨਹੀਂ ਹੈਗਾ ਜੀ। ਕੱਲੇ ਟੀਵੀ ਲੱਗਣ ਕਮਰੇ 'ਚ, ਕੱਲੇ ਹਰੇਕ 'ਚ ਸੁੱਖ ਸਹੂਲਤਾਂ। ਬਿਲਕੁਲ ਠੀਕ, ਉਹ ਘਰੋਂ ਨਿਕਲਦੇ ਹੀ ਨਹੀਂ। ਕੋਈ ਆਪਣੇ ਸਾਹ ਰੋਟੀ ਖਾਂਦਾ, ਕੋਈ ਆਪਣੇ ਨਾਲ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਹੈਗੀ ਜੀ। ਦਿਮਾਗ ਨਾਲ ਕੋਈ ਵੀ ਬਿਮਾਰੀ ਨਾਲ ਸੰਬੰਧਤ ਆ ਜੀ, ਕੋਈ ਵੀ ਏਜ ਦਾ ਹੈਗਾ ਜੀ, ਉਹ ਸਾਡੇ ਨਾਲ ਇੱਕ ਵਾਰ ਸ਼ੇਅਰ ਕਰਕੇ ਰਿਪੋਰਟਾਂ ਭੇਜ ਕੇ ਜੀ ਤੇ ਸਾਡੇ ਨਾਲ ਇੱਕ ਵਾਰ ਡਿਸਕਸ ਕਰ ਸਕਦਾ ਜੀ। ਉਹ ਜੇ ਸਾਡੇ ਕੋਲ ਇਲਾਜ ਸੰਭਵ ਹੋਊਗਾ ਤਾਂ ਅਸੀਂ ਕਹਾਂਗੇ ਹਾਂਜੀ ਕਰ ਸਕਦੇ। ਠੀਕ ਹੈ, ਕਿਉਂਕਿ ਆਮ ਤੌਰ ਤੇ ਇਹ ਹੁੰਦਾ ਕਿ ਲੋਕਾਂ ਨੂੰ ਸ਼ਾਇਦ ਇਹ ਲੱਗੇ ਕਿ ਸ਼ੋਅ ਦੇ ਵਿੱਚ ਫਲਾਣੀ ਚੀਜ਼ ਦੀ ਗੱਲ ਨਹੀਂ ਹੋਈ, ਸ਼ਾਇਦ ਉਹਦਾ ਟ੍ਰੀਟਮੈਂਟ ਹੈ ਨਹੀਂ ਹੈ ਜਾਂ ਇਲਾਜ ਹੈ ਨਹੀਂ ਹੈ। ਹਰ ਤਰ੍ਹਾਂ ਦੇ ਦਿਮਾਗ ਦੀ, ਕਿਸੇ ਵੀ ਤਰ੍ਹਾਂ ਦੇ ਦਿਮਾਗ ਦੀ ਤੁਹਾਨੂੰ ਕੋਈ ਪਰੇਸ਼ਾਨੀ ਹੈ, ਕੋਈ ਬਿਮਾਰੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਲਗਾਤਾਰ ਨੰਬਰ ਥੱਲੇ ਚੱਲ ਰਹੇ ਨੇ, ਫੇਸਬੁੱਕ, ਇੰਸਟਾਗ੍ਰਾਮ, ਸੋਸ਼ਲ ਹੈਂਡਲ ਜਿਹੜੇ ਵੀ ਡਾਕਟਰ ਸਾਹਿਬ ਦੇ ਹੈਗੇ ਨੇ, ਵੈਦ ਸਾਹਿਬ ਦੇ ਹੈਗੇ ਨੇ, ਉਹ ਸਾਰੇ ਥੱਲੇ ਚੱਲ ਰਹੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਲੇ ਹਫਤੇ ਇੱਕ ਫਿਰ ਤੋਂ ਸ਼ੋਅ ਲੈ ਕੇ ਆਵਾਂਗੇ, ਫਿਰ ਤੋਂ ਇੱਕ ਨਵੀਂ ਬਿਮਾਰੀ ਬਾਰੇ ਚਰਚਾ ਕਰਾਂਗੇ। ਫਿਲਹਾਲ ਲਈ ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।